देश दुनिया च वसते पंजाबियों को खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार दलवीर सिंह। जे मैं लफ्ज़ों के विच परिभाषित करना होवे तां आर्कीटैक्ट ने सर दलवीर सिंह, लेकिन जे दूजे लफ्ज़ों च कवां इमारत और मन का बड़ा डाढ़ा रिश्ता है, बड़ा गूढ़ा संबंध है। सरदार साहब जी आया। तो सब तो पहली गल मैं करनी चाहुंदा जिहड़ी मैं अपने लिए किते कीती सी, हुण मैं अपने ਸਰੋਤਿਆਂ ਲਈ भी करनी है जी कि ਅਸੀਂ ਮਨ ਦੀ ਸ਼ਾਂਤੀ ਲਈ ਬਹੁਤ ਧਾਰਮਿਕ ਥਾਵਾਂ ਤੇ ਜਾਂਦੇ ਹਾਂ जी ਸਾਡੇ ਲਈ ਤਾਂ ਇਹ ਖੁਸ਼ਨਸੀਬੀ ਹੈ ਕਿ ਅਸੀਂ ਅੰਮ੍ਰਿਤਸਰ 'ਚ ਹੈ जी ਤੇ ਜਦੋਂ ਦਰਬਾਰ ਸਾਹਿਬ 'ਚ ਪ੍ਰਕਰਮਾਂ ਵੱਲ ਪਹਿਲਾ ਕਦਮ ਵਧਾਉਂਦੇ ਆ ਉਹ ਹੇਠਾਂ ਨੂੰ ਜਾਂਦਾ ਹੈ। बिल्कुल जी ਇਹਨੂੰ ਜੇ ਰੂਹਾਨੀਅਤ ਦੇ ਨਜ਼ਰੀਏ ਦੇ ਨਾਲ ਇਮਾਰਤ ਸਾਜੀ ਦੇ ਨਜ਼ਰੀਏ ਨਾਲ ਵੀ ਦੇਖੀਏ ਤੇ ਬੰਦੇ ਦੇ ਅੰਦਰ ਜੋ ਪ੍ਰਭਾਵ ਸਿਰਜਿਆ ਜਾਂਦਾ ਹੈ, जी ਜੇ ਉਹਨੂੰ ਤੁਸੀਂ ਇਮਾਰਤ ਸਾਜੀ ਦੇ ਲਫ਼ਜ਼ਾਂ 'ਚ ਕਹੋ ਤੇ ਦੂਜੇ ਬੰਨੇ ਰੂਹਾਨੀਅਤ ਦੇ ਲਫ਼ਜ਼ਾਂ 'ਚ, ਉਹ ਮੈਨੂੰ ਸੁਣਨਾ ਬੜਾ ਚੰਗਾ ਲੱਗਦਾ ਹਮੇਸ਼ਾ। इस तरह ਹੁੰਦਾ ਕਿ ਇਹ ਦੋਨੋਂ ਚੀਜ਼ਾਂ ਇੱਕ ਦੂਸਰੇ ਤੋਂ ਅਲੱਗ ਨਹੀਂ ਹੈ ਜੀ ਗੱਲ ਹੈਗੀ ਹੈ ਕਿ ਕਿਸ ਟਾਈਪ ਦਾ ਵਾਤਾਵਰਣ ਹੈ। ਜਿਹੜੀ ਗੱਲ ਮੈਂ ਆਮ ਤੌਰ ਤੇ ਕਹਿਣਾ ਹੁੰਦਾ ਕਿ ਵਾਤਾਵਰਣ ਬਣਾਉਣ ਵਾਲੀਆਂ ਦੋ ਹੀ ਫੋਰਸਿਸ ਹੈਗੀਆਂ, ਕੁਦਰਤ ਤੇ ਇਨਸਾਨ। ਜੀ ਠੀਕ ਹੈ ਜੀ। ਇਨਸਾਨ ਸਾਨੂੰ ਕੁਦਰਤ ਨੇ ਐਡੀ ਵੱਡੀ ਰਿਸਪੌਂਸਿਬਿਲਿਟੀ ਦਿੱਤੀ ਹੈ ਬੀਇੰਗ ਆਰਕੀਟੈਕਟ ਕਿ ਅਸੀਂ ਮਾਹੌਲ ਬਣਾ ਸਕਦੇ ਹਾਂ, ਇਨਵਾਇਰਨਮੈਂਟ ਬਣਾ ਸਕਦੇ ਹਾਂ। ਜੀ ਠੀਕ ਹੈ ਜੀ, ਕੁਦਰਤ ਦੀ ਹੈਲਪ ਨਾਲ। ਤੇ ਅਸੀਂ ਦਰਬਾਰ ਸਾਹਿਬ ਦੀ ਗੱਲ ਕਰੀਏ ਇੱਕ ਐਗਜ਼ਾਮਪਲ ਦੇ ਤੌਰ ਤੇ, ਸਭ ਤੋਂ ਵੱਡੀ ਐਗਜ਼ਾਮਪਲ ਦੇ ਤੌਰ ਤੇ, ਜੀ ਕਿ ਜਦੋਂ ਹੀ ਅਸੀਂ ਦਰਬਾਰ ਸਾਹਿਬ ਐਂਟਰ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਅਸੀਂ ਨੀਚੇ ਉਤਰਦੇ ਹਾਂ। ਹਾਂ, ਨੀਚੇ ਉਤਰਨ ਦਾ ਮਤਲਬ ਹੈ ਕਿ ਹੰਬਲਨੈਸ ਸਾਡੇ 'ਚ ਆਪਣੇ ਆਪ ਹੀ ਬਗੈਰ ਕੈਲਕੂਲੇਟ ਕੀਤਿਆਂ ਹੰਬਲਨੈਸ ਆ ਜਾਂਦੀ ਹੈ ਕਿ ਜੀ। ਉਸ ਤੋਂ ਬਾਅਦ ਜਦੋਂ ਅਸੀਂ ਨੀਚੇ ਉਤਰ ਗਏ ਅਸੀਂ ਬਾਹਰ ਦੀ ਦੁਨੀਆ ਤੋਂ ਕੱਟ ਆਫ ਹੋ ਜਾਂਦੇ ਹਾਂ। ਮਤਲਬ ਉਹ ਜਗ੍ਹਾ ਨੀਵੀਂ ਹੋਣ ਕਰਕੇ, ਉਹ ਜਗ੍ਹਾ ਨੀਵੀਂ ਹੋਣ ਕਰਕੇ ਸਾਨੂੰ ਬਾਹਰ ਦਾ ਕੁਝ ਨਜ਼ਰ ਨਹੀਂ ਬਾਹਰ ਦਾ ਕੁਝ ਨਜ਼ਰ ਨਹੀਂ ਆਉਂਦਾ, ਜਿਹਦੇ ਕਰਕੇ ਸਾਡਾ ਸਾਰਾ ਫੋਕਸ ਉੱਥੇ ਹੀ ਹੋ ਜਾਂਦਾ। ਉੱਥੇ ਫਿਰ ਸਾਨੂੰ ਕੀ ਨਜ਼ਰ ਆਉਂਦਾ? ਸਫੇਦ ਰੰਗ, ਜੀ ਜਿਹੜਾ ਕਿ ਲਾਈਟ ਦਾ ਰੰਗ ਹੈ, ਜਿਹੜਾ ਕੁਦਰਤ ਦਾ ਸਭ ਤੋਂ ਵੱਡਾ ਮੈਸੇਜ ਹੈ, ਲਾਈਟ। ਜੀ ਜਿਹਦੇ ਕਰਕੇ ਸਾਰੀ ਲਾਈਫ ਹੈ, ਜਿਹਦੇ ਕਰਕੇ ਇਨਸਾਨ ਹੈ, ਜਿਹਦੇ ਕਰਕੇ ਬਾਡੀ ਹੈ, ਜਿਹਦੇ ਕਰਕੇ ਮਾਈਂਡ ਹੈ, ਜਿਹਦੇ ਕਰਕੇ ਸੋਚ ਹੈ। ਉਸੇ ਸੋਚ ਕਰਕੇ ਇਨਸਾਨ ਖੁਦ ਸੁਖੀ ਜਾਂ ਦੁਖੀ ਹੋ ਸਕਦਾ ਹੈ, ਉਸੇ ਕਰਕੇ ਹੀ ਬਾਕੀਆਂ ਨੂੰ ਉਹ ਸੁਖੀ ਜਾਂ ਦੁਖੀ ਕਰ ਸਕਦਾ ਜੀ ਹੈ ਜੀ। ਪਹਿਲੀ ਗੱਲ ਹੰਬਲਨੈਸ, ਉਸ ਤੋਂ ਬਾਅਦ ਸਫੇਦ ਰੰਗ ਜਿਹੜਾ ਕਿ ਚਾਰੇ ਪਾਸੇ ਨਜ਼ਰ ਆਉਂਦਾ ਜੀ, ਉਹਦਾ ਬਹੁਤ ਅਸਰ ਹੈ ਜੀ। ਉਸ ਤੋਂ ਬਾਅਦ ਸਟਿਲ ਵਾਟਰ, ਜੀ ਠਹਿਰਿਆ ਹੋਇਆ ਪਾਣੀ, ਉਹ ਮਾਈਂਡ ਵਿੱਚ ਠਹਿਰਾਓ ਲੈ ਕੇ ਆਉਂਦਾ। ਜੀ ਠੀਕ ਹੈ ਜੀ। ਉਹ ਉਛਲਦਾ ਹੋਇਆ ਪਾਣੀ ਮਾਈਂਡ ਨੂੰ ਉਛਾਲੇਗਾ। ਜੀ ਠੀਕ। ਇਸ ਲਈ ਉਹ ਸਟਿਲ ਵਾਟਰ ਜਿਹੜਾ ਨਾ ਜੀ, ਉਹ ਸਾਡੇ ਮਨ ਦੀ ਸ਼ਾਂਤੀ ਨੂੰ ਬਹੁਤ ਹੈਲਪ ਕਰਦਾ। ਜੀ ਇਸ ਲਈ ਬਗੈਰ ਇਸ ਤੋਂ ਕੋਈ ਸਮਝੇ ਨਾ ਸਮਝੇ ਉੱਥੇ ਗੁਰਬਾਣੀ 'ਚ ਕੀ ਗਾਇਆ ਜਾ ਰਿਹਾ ਹੈ, ਜੀ ਕੀ ਉਹਦਾ ਮਤਲਬ ਹੈ, ਜਾਂ ਸਿੱਖ ਧਰਮ ਕੀ ਹੁੰਦਾ ਹੈ, ਉਹਨੂੰ ਕੋਈ ਸਮਝੇ ਜਾਂ ਨਾ ਸਮਝੇ ਪਰ ਅਸਰ ਉਹਦੇ 'ਤੇ ਜ਼ਰੂਰ ਹੋਏਗਾ। ਜੀ ਇਹ ਮੈਂ ਫਿਰ ਇੱਕ ਵਾਰੀ ਗੱਲ ਕਰਾਂ, ਮੈਂ ਗੱਲ ਕਿਉਂਕਿ ਜਦੋਂ ਵੀ ਅਸੀਂ ਧਰਮ ਦੀ ਜਾਂ ਧਾਰਮਿਕ ਆਸਥਾ ਦੀ ਗੱਲ ਕਰਾਂਗੇ ਉਦੋਂ ਨਾਲ ਇੱਕ ਡਰ ਵੀ ਪੈਦਾ ਹੋ ਜਾਂਦਾ ਕਿਤੇ ਅਵੱਗਿਆ ਨਾ ਹੋ ਜੇ, ਕਿਉਂਕਿ ਸਾਡੇ ਲੋਕ ਬਰਦਾਸ਼ਤ ਵੀ ਨਹੀਂ ਕਰਦੇ, ਕਰਨਾ ਵੀ ਨਹੀਂ ਚਾਹੀਦਾ। ਰਵਾਇਤਾਂ ਜਿਹੜੀਆਂ ਸਦੀਆਂ 'ਚ ਬਣਦੀਆਂ, ਕਿਸੇ ਨੂੰ ਤੋੜਨ ਦਾ ਹੱਕ ਨਹੀਂ। ਲੇਕਿਨ ਦੂਜਾ ਪਹਿਲੂ ਇਹ ਆ ਕਿ ਇਹ ਸਿੱਖ ਇਤਿਹਾਸ ਦਾ ਪਹਿਲਾ ਗੁਰਦੁਆਰਾ, ਸਰਦਾਰ ਨਰਿੰਦਰਪਾਲ ਸਿੰਘ ਮੈਨੂੰ ਦੱਸਦੇ ਪਏ ਸੀਗੇ ਕਿ ਇਹ ਨਾ ਭੁੱਲਿਆ ਕਰੋ ਜਦੋਂ ਤੁਸੀਂ ਦਰਬਾਰ ਸਾਹਿਬ ਦੀ ਗੱਲ ਕਰਦੇ ਹੋ ਕਿ ਇਹ ਗੁਰੂ ਸਾਹਿਬ ਨੇ ਆਪ ਨਹੀਂ ਰਖਵਾਈ ਤੇ ਆਪ ਹੀ ਕੰਪਲੀਟ ਕਰਵਾਇਆ, ਤੇ ਉਹਨਾਂ ਦਾ ਹਰ ਨਜ਼ਰੀਏ ਤੋਂ ਇਹਦੇ ਵਿੱਚ, ਔਰ ਮੇਰੇ ਖਿਆਲ ਸ਼ਾਇਦ ਦੂਜਾ ਕੋਈ ਸਥਾਨ ਇਹੋ ਜਿਹਾ ਨਹੀਂ ਹੋਏਗਾ, ਸਦੀਆਂ ਬਾਅਦ ਵੀ ਉਹਦੀ ਸਾਰਥਿਕਤਾ ਅੱਗੇ ਨਾਲੋਂ ਵੱਧਦੀ ਹੈ। ਮੈਂ ਉਹ ਦੂਜੀ ਗੱਲ ਤੁਹਾਡੇ ਕੋਲ ਪੁੱਛਣੀ ਹੈ ਕਿ ਤੁਹਾਡੇ ਮਿੱਤਰ, ਜਿਹਦਾ ਤੁਸੀਂ ਮੇਰੇ ਕੋਲ ਬਹੁਤ ਵਾਰੀ ਜ਼ਿਕਰ ਵੀ ਕੀਤਾ, ਇੱਕ ਤੋਂ ਵੱਧ ਵਾਰੀ, ਅਫਗਾਨਿਸਤਾਨ ਤੋਂ ਉਹ ਆਰਕੀਟੈਕਚਰ ਦੇ ਨਾਲ ਸੰਬੰਧਿਤ ਹਸਤੀ ਜਿਹਨੇ ਇੱਕ ਮਸਜਿਦ ਬਣਾਉਣੀ ਸੀਗੀ, ਲੇਕਿਨ ਉਹ ਚਾਹੁੰਦੇ ਸੀ ਵੀ ਮੈਂ ਦੁਨੀਆ ਭਰ ਦੇ ਧਾਰਮਿਕ ਸਥਾਨ ਵਿਜ਼ਿਟ ਕਰਾਂ ਤੇ ਫਿਰ ਮੈਂ ਇੱਕ ਨਵਾਂ ਕਨਸੈਪਟ ਉਸਾਰਾਂ। ਲੇਕਿਨ ਜਦੋਂ ਦਰਬਾਰ ਸਾਹਿਬ ਉਹ ਪਹੁੰਚਦੇ ਆ ਤੁਹਾਡੇ ਨਾਲ, ਉਹ ਮੈਨੂੰ ਜਰਾ, ਮੈਂ ਨਹੀਂ ਕਹਿੰਦਾ ਕਿਸੇ ਦਾ ਨਾਂ ਲਓ, ਲੇਕਿਨ ਜ਼ਰੂਰ ਦੱਸੋ ਕਿ ਉਹ ਫੀਲਿੰਗ ਕਿਹੋ ਜਿਹੀਆਂ ਸੀਗੀਆਂ। ਉਹ ਮੇਰੇ ਇੱਕ ਫਰੈਂਡ ਸੀ ਜੀ, ਅਫਗਾਨੀ, ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਇੱਕ ਬਹੁਤ ਵੱਡੀ ਮਸਜਿਦ ਬਣਾਉਣੀ ਸੀ ਜੀ। ਇਸ ਲਈ ਉਹ ਸਾਰੀ ਦੁਨੀਆ ਦੇ ਧਾਰਮਿਕ ਸਥਾਨ ਸਟੱਡੀ ਕਰਨ ਵਾਸਤੇ ਨਿਕਲੇ ਹੋਏ। ਜੀ ਠੀਕ। ਐਂਡ ਤੇ ਉਹਨਾਂ ਨੇ ਆਪਣਾ ਅੰਮ੍ਰਿਤਸਰ ਆਉਣਾ ਸੀ, ਦਰਬਾਰ ਸਾਹਿਬ ਸਟੱਡੀ ਕਰਨਾ ਸੀ ਜੀ, ਤੇ ਉਹ ਮੇਰੇ ਕੋਲ ਆਏ ਜੀ, ਤੇ ਮੈਂ ਸਵੇਰੇ ਹੀ ਉਹਨਾਂ ਦੇ ਨਾਲ ਗਿਆ ਤਾਂ ਕਿ ਉਹਨਾਂ ਨੂੰ ਮੈਂ ਸਾਰਾ ਦਿਨ ਐਕਸਪਲੇਨ ਕਰਦਾ ਰਿਹਾ ਜਿੰਨੀ ਕੁ ਮੈਨੂੰ ਨੌਲੇਜ ਸੀ, ਸਾਰਾ ਐਕਸਪਲੇਨ ਕਰਕੇ ਸ਼ਾਮ ਤੱਕ ਜਦੋਂ ਅਸੀਂ ਥੱਕ ਗਏ, ਹਨੇਰਾ ਹੋ ਗਿਆ,
ਅਸੀਂ ਕਿਹਾ ਕਿ 10 ਮਿੰਟ ਲਈ ਪਰਿਕਰਮਾ 'ਚ ਬੈਠਦੇ ਹਾਂ ਤੇ ਫਿਰ ਅਸੀਂ ਵਾਪਸ ਚੱਲਦੇ ਹਾਂ। ਤੇ ਅਸੀਂ ਬੈਠੇ ਸਾਈਡ ਬਾਈ ਸਾਈਡ, ਅੱਖਾਂ ਬੰਦ ਕਰਕੇ। ਮੈਂ 10-15 ਮਿੰਟ ਬਾਅਦ ਉਹਨਾਂ ਵੱਲ ਦੇਖਿਆ, ਉਹ ਅੱਖਾਂ ਬੰਦ ਸੀ, ਹਾਲੇ ਉਹ ਵਜਤ ਸੀ। ਹਾਂ। ਫਿਰ ਮੈਂ 10 ਮਿੰਟ ਹੋਰ ਲਾਏ, 15 ਮਿੰਟ ਹੋਰ ਲਾਏ। ਜਦੋਂ 1 ਘੰਟਾ ਹੋ ਗਿਆ ਜੀ, ਫਿਰ ਮੈਂ ਕਿਹਾ ਜੀ ਸਾਹਿਬ ਜੀ ਉੱਠੋ, ਆਪਾਂ ਚੱਲੀਏ। ਉਹ ਮੈਨੂੰ ਕਹਿੰਦੇ ਤੂੰ ਚੱਲ, ਮੈਂ ਨਹੀਂ ਹੁਣ ਕਿਤੇ ਜਾਣਾ। ਅੱਛਾ, ਮੈਂ ਇੱਥੇ ਦਾ ਹੀ ਹੋ ਗਿਆ ਹੁਣ, ਕਹਿੰਦੇ। ਠੀਕ ਹੈ ਜੀ, ਚਲੋ ਮੈਂ ਗਿਆ। ਉਹ ਰਾਤ ਨੂੰ 1 ਵਜੇ ਵਾਪਸ ਆਏ। ਫਿਰ ਹਰ ਰੋਜ਼ ਉਹਨਾਂ ਦਾ ਇਹੀ ਰੂਟੀਨ ਹੋ ਗਿਆ ਜੀ, ਕਿ ਉਹਨਾਂ ਨੇ ਅੱਧਾ ਦਿਨ ਸਟੱਡੀ ਕਰਨਾ, ਅੱਧਾ ਦਿਨ ਉੱਥੇ, ਉਹ ਫਿਰ ਅੱਧੀ ਰਾਤ ਤੱਕ ਉਹਨਾਂ ਨੇ ਵਾਪਸ ਆਉਣਾ। ਮਤਲਬ ਨਾ ਕੋਈ ਭਾਸ਼ਾ ਦਾ ਗਿਆਨ ਹੈ, ਕਿਸੇ ਨਾ ਚੀਜ਼ ਸਿੱਖ ਦਾ ਧਰਮ ਨਾਲ ਕੁਛ ਕੋਈ ਨਹੀਂ ਗਿਆਨ ਸਰੋਕਾਰ ਹੈਗਾ, ਹੈ ਜਸਟ ਸਟੱਡੀ ਕਰਨ ਲਈ ਆਏ। ਜੀ। ਤੇ ਲੇਕਿਨ ਉਹਨਾਂ ਨੂੰ ਜੋ ਉੱਥੇ ਇਹ ਆਪਣੇ ਆਪ ਹੀ ਜਿਹੜਾ ਅਸਰ ਹੋਇਆ, ਹਾਂ, ਇਹ ਅਸਰ ਕੁਦਰਤ ਦਾ ਜੀ, ਤੇ ਇਹ ਅਸਰ ਐਨਵਾਇਰਨਮੈਂਟ ਦਾ, ਇਹ ਉਹ ਜਗ੍ਹਾ ਦਾ ਅਸਰ ਦਾ। ਜਿਹਦੇ ਵਿੱਚ ਹਰ ਦਿਨ ਗੁਰਬਾਣੀ ਦਾ ਪ੍ਰਵਾਹ ਹੈ। ਹਾਂਜੀ, ਉਹ ਹੈਗਾ ਜੀ। ਜੀ, ਉਹਨੂੰ ਉੱਥੋਂ ਦੀ ਹਵਾ, ਉੱਥੋਂ ਦਾ ਪਾਣੀ, ਉੱਥੋਂ ਦਾ ਬਿਲਡਿੰਗ ਮੈਟੀਰੀਅਲ, ਇਹ ਸਾਰੇ ਅਬਜ਼ੌਰਬ ਕਰਦੇ ਉਹ ਚੀਜ਼ਾਂ। ਜੀ, ਫਿਰ ਉਹੀ ਵੇਵਸ ਤੁਹਾਨੂੰ ਮਿਲਦੀਆਂ। ਇਹ ਹੁਣ ਇਹ ਜਦੋਂ ਇੱਥੋਂ ਅੱਗੇ ਵੱਧਦੇ ਆ ਤੇ ਇਹ ਹਰੇਕ ਬੰਦੇ ਦਾ ਸੰਬੰਧ ਆਪਣੇ ਮਕਾਨ ਨਾਲ ਹੈ। ਕਿਸੇ ਨੂੰ ਕੋਈ ਆਪਣੇ ਪੁਸ਼ਤਾਨੀ ਜਾਇਦਾਦ ਮਿਲ ਜਾਂਦੀ, ਮਕਾਨ ਮਿਲ ਜਾਂਦੇ, ਲੇਕਿਨ ਬਹੁਤ ਸਾਰੇ ਲੋਕ ਆਪਣੇ ਜੀਵਨ ਹਯਾਤੀ ਦੇ ਵਿੱਚ ਮਕਾਨ ਆਪ ਬਣਾਉਂਦੇ ਜੀ। ਔਰ ਬਹੁਤ ਸਾਰੇ ਲੋਕ ਇੱਕ ਤੋਂ ਵੱਧ ਮਕਾਨ ਬਣਾਉਂਦੇ ਆ, ਲੇਕਿਨ ਅਕਸਰ ਹਰੇਕ ਦੀ ਸ਼ਿਕਾਇਤ ਰਹਿੰਦੀ ਹੈ, ਮਨ 'ਚ ਦੀ ਤਸੱਲੀ ਨਹੀਂ। ਇਹਦੇ 'ਚ ਵਾਸਤੂ ਦਾ ਜ਼ਿਕਰ ਆ ਜਾਂਦਾ, ਇਹਦੇ ਵਿੱਚ ਹੋਰ ਲੋਕ ਜਿਹੜੇ ਆ ਪੂਜਾ ਪਾਠ ਦੀ ਗੱਲ ਕਰਦੇ ਆ, ਉਹ ਸਾਰੇ ਪਹਿਲੂ ਆ। ਲੇਕਿਨ ਜਦੋਂ ਬਿਲਡਿੰਗ ਬਣਦੀ ਆ, ਬਿਲਡਿੰਗ ਸਿਰਫ ਕੰਕਰੀਟ ਦਾ ਜੰਗਲ ਨਹੀਂ ਉਸਾਰ ਸਕਦੇ, ਉਹਦੇ ਵਿੱਚ ਜਿਹੜੀਆਂ ਫੀਲਿੰਗਸ ਨੇ, ਜੇ ਉਹਨੂੰ ਜਿਉਂਦਾ ਜਾਗਦਾ ਇੱਕ ਸਥਾਨ ਬਣਾਉਣਾ ਹੈ, ਤੇ ਉਹ ਮੈਂ ਸਰਦਾਰ ਦਲਬੀਰ ਸਿੰਘ ਤੋਂ ਸੁਣਨਾ ਹੈ ਕਿ ਕੀ ਇਮਾਰਤਾਂ ਵੀ ਜਿਉਂਦੀਆਂ ਨੇ, ਇਮਾਰਤਾਂ ਦੇ ਵਿੱਚ ਖੰਡਰ ਵੀ ਆਉਂਦੇ ਨੇ ਜਿਹੜੇ ਕਦੇ ਬੜੇ ਆਬਾਦ ਹੁੰਦੇ ਸੀ, ਅਜੇ ਵੀ ਲੋਕ ਉਹਨਾਂ 'ਚ ਝਾਤ ਪਾਉਣ ਜਾਂਦੇ ਆ, ਆਪਣੇ ਪੁਰਾਣੇ ਅਵਸ਼ੇਸ਼ ਭਾਲਣ ਜਾਂਦੇ ਆ, ਇਤਿਹਾਸ ਦੇ ਵੀ ਔਰ ਆਪਣੇ ਪੁਰਖਿਆਂ ਦੇ ਵੀ। ਸੋ ਮੈਂ ਤੁਹਾਡੇ ਨਜ਼ਰੀਏ ਤੋਂ ਜਾਣਨਾ ਹੈ ਕਿ ਲੋਕ ਮਕਾਨਾਂ ਨੂੰ ਕੋਈ ਅਹਿਮੀਅਤ ਦੇਣ ਜੀਵਨ 'ਚ, ਇਹ ਕੋਈ ਅਸਰ ਪਾਉਂਦੇ ਆ ਤੁਹਾਡੇ ਮਨ ਤੇ, ਦਿਲ ਤੇ, ਸੁਭਾਅ ਤੇ, ਇਹ ਚੀਜ਼ਾਂ ਅਸਰ ਰੱਖਦੀਆਂ? ਇਹ ਚੀਜ਼ਾਂ ਇੰਨਾ ਅਸਰ ਰੱਖਦੀਆਂ ਜੀ, ਸ਼ਾਇਦ ਕਿਸੇ ਨੇ ਇਮੇਜਿਨ ਵੀ ਨਹੀਂ ਕੀਤਾ ਹੋਏਗਾ। ਅਸੀਂ ਇਹਨੂੰ ਬਿਲਡਿੰਗ ਨਾ ਕਹੀਏ, ਕਿਉਂਕਿ ਐਕਚੁਅਲੀ ਇਨਸਾਨ ਨੇ ਕੁਝ ਨਹੀਂ ਕੀਤਾ। ਸਾਰੇ ਬਿਲਡਿੰਗ ਮੈਟੀਰੀਅਲ ਸਾਨੂੰ ਕੁਦਰਤ ਨੇ ਦਿੱਤੇ ਜੀ, ਠੀਕ ਹੈ ਜੀ। ਇਨਸਾਨ ਨੇ ਉਹਨੂੰ ਸਿਰਫ ਅਰੇਂਜ ਕੀਤਾ, ਉਹਦਾ ਅਰੇਂਜਮੈਂਟ ਬਣਾਇਆ। ਲੇਕਿਨ ਕੋਈ ਇਨਸਾਨ ਜਾਂ ਕੋਈ ਆਰਕੀਟੈਕਟ ਬਹੁਤ ਵੱਡਾ ਪਾਪ ਕਰੇਗਾ ਅਗਰ ਉਹ ਨੇਚਰ ਦੀਆਂ ਦਿੱਤੀਆਂ ਚੀਜ਼ਾਂ ਨੂੰ ਸਹੀ ਤਰ੍ਹਾਂ ਨਾਲ ਇਸਤੇਮਾਲ ਨਾ ਕਰੇ। ਮਸਲਨ ਅਗਰ ਅਸੀਂ ਇੱਦਾਂ ਦਾ ਉਹਨਾਂ ਮਟੀਰੀਅਲਸ ਨਾਲ ਹੀ ਇੱਦਾਂ ਦਾ ਐਨਵਾਇਰਨਮੈਂਟ ਬਣਾ ਦਿੰਦੇ ਹਾਂ ਜੀ ਕਿ ਅਸੀਂ ਨੇਚਰ ਤੋਂ ਕੱਟ ਆਫ ਹੋ ਜਾਈਏ, ਨੈਚੁਰਲ ਲਾਈਟ ਤੋਂ ਕੱਟ ਆਫ ਹੋ ਜਾਈਏ, ਨੈਚੁਰਲ ਏਅਰ ਤੋਂ ਕੱਟ ਆਫ ਹੋ ਜਾਈਏ, ਹਰਿਆਲੀ ਤੋਂ ਕੱਟ ਆਫ ਹੋ ਜਾਈਏ, ਤੇ ਇਹ ਇੱਕ ਬਹੁਤ ਵੱਡਾ ਕ੍ਰਾਈਮ ਹੈ, ਨੇਚਰ ਦੇ ਅਗੇਂਸਟ ਹੈ। ਜੇ ਤੁਸੀਂ ਨੇਚਰ ਦੇ ਅਗੇਂਸਟ ਐਡਾ ਕੰਮ ਕਰੋਗੇ ਤੇ ਨੇਚਰ ਤੁਹਾਨੂੰ ਖੁਸ਼ ਕਿਸ ਤਰ੍ਹਾਂ ਰਹਿਣ ਦੇਗੀ? ਜੀ, ਠੀਕ ਹੈ ਜੀ। ਇਸ ਲਈ ਇਹ ਸਰਾਊਂਡਿੰਗਸ ਇਨਸਾਨ ਤੇ ਇੰਨਾ ਅਸਰ ਪਾਉਂਦੀਆਂ, ਸਾਰੀ ਪੋਜ਼ਿਟਿਵਿਟੀ, ਸਾਰੀ ਅੱਛੀ ਸੋਚ। ਜਦੋਂ ਤੁਸੀਂ ਮਕਾਨ ਬਣਾਉਣਾ ਸ਼ੁਰੂ ਕਰਦੇ ਹੋ ਤੇ ਤੁਹਾਡੇ ਮਨ 'ਚ ਬੁਨਿਆਦੀ ਕਿਹੜੇ ਪਹਿਲੂ ਹੁੰਦੇ ਆ? ਅੱਜ ਕੱਲ੍ਹ ਕਾਪੀ ਪੇਸਟ ਬਹੁਤ ਲੋਕ ਕਰਦੇ ਆ, ਫਲਾਣੇ ਨੇ ਫਲਾਣੀ ਤਰ੍ਹਾਂ ਦਾ ਮਕਾਨ ਬਣਾਇਆ, ਉੱਦਾਂ ਦਾ ਬਣਾ ਦਿਓ ਜੀ। ਮੈਂ ਸਿਰਫ ਇਹ ਸਵਾਲ ਪੁੱਛਦਾ ਹਾਂ ਕਿਉਂਕਿ ਤੁਸੀਂ ਮੈਨੂੰ ਕਈ ਵਾਰੀ ਇਹ ਜ਼ਿਕਰ ਕੀਤਾ ਸੀਗਾ ਕਿ ਮਕਾਨ ਜਿਹੜਾ ਹੈ ਉਹ ਤੁਹਾਡੇ ਮਨ 'ਤੇ ਅਸਰ ਪਾਉਂਦਾ ਹੈ, ਤੁਹਾਡੇ ਸੁਭਾਅ 'ਤੇ ਅਸਰ ਪਾਉਂਦਾ ਹੈ, ਤੁਹਾਡੀਆਂ ਆਦਤਾਂ 'ਤੇ ਅਸਰ ਪਾਉਂਦਾ, ਤੁਹਾਡੀ ਦਿਨਚਰਿਆ ਨੂੰ ਪ੍ਰਭਾਵਿਤ ਕਰਦਾ ਅਤੇ ਪ੍ਰਭਾਸ਼ਿਤ ਕਰਦਾ ਹੈ। ਅਤੇ ਤੁਸੀਂ ਜਦੋਂ ਉਸ ਤਰ੍ਹਾਂ ਦਾ ਮਕਾਨ ਜਿਹੜਾ ਬਹੁਤ ਸੁਖਦ ਹੋਵੇ, ਕਿਸੇ ਲਈ ਪੋਜ਼ਿਟਿਵ ਵਾਈਬਸ ਦਾ ਤੁਸੀਂ ਅਕਸਰ ਜ਼ਿਕਰ ਕਰਦੇ ਰਹੇ ਹੋ ਕਿ ਵਾਈਬ੍ਰੇਸ਼ਨ ਬੜੀਆਂ ਪੋਜ਼ਿਟਿਵ ਆਉਣੀਆਂ ਚਾਹੀਦੀਆਂ, ਤੇ ਉਹ ਜਿਹੜੀਆਂ ਤਰੰਗਾਂ ਤੁਸੀਂ ਕਿਸੇ ਜਗ੍ਹਾ 'ਚ ਪੈਦਾ ਕਰਦੇ ਹੋ, ਉਹਦੇ ਲਈ ਬੁਨਿਆਦੀ ਨੁਕਤੇ ਕਿਹੜੇ ਵਰਤਦੇ ਹੋ ਤਾਂ ਕਿ ਆਮ ਬੰਦਾ ਵੀ ਸੋਚੇ ਕਿ ਤੁਹਾਨੂੰ ਉਹਨਾਂ ਨੇ ਹਾਇਰ ਕਰਨਾ ਨਹੀਂ ਕਰਨਾ ਅਲੱਗ ਗੱਲ ਹੈ, ਜਾਂ ਤੁਹਾਡੇ ਵਰਗੇ ਕਿਸੇ ਨੂੰ ਮਕਾਨ ਬਣਾਉਂਦੇ ਹੋ ਕੀ ਸੋਚਣ? ਇਸ ਤਰ੍ਹਾਂ ਹੈਗਾ ਜੀ ਕਿ ਮਕਾਨ ਸਿਰਫ ਮਕਾਨ ਨਹੀਂ ਹੈ ਜੀ, ਮਕਾਨ ਸਿਰਫ ਬਹੁਤ ਕੁਛ ਹੈ ਜੀ। ਮੇਰਾ ਖਿਆਲ ਹੈ ਕਿ ਅਗਰ ਆਰਕੀਟੈਕਚਰ ਠੀਕ ਹੋ ਜਾਏ, ਹਰ ਇੱਕ ਬਿਲਡਿੰਗ ਅਗਰ ਜਿਸ ਤਰ੍ਹਾਂ ਹੋਣੀ ਚਾਹੀਦੀ ਉਸ ਤਰ੍ਹਾਂ ਹੋਵੇ ਜੀ, ਦੁਨੀਆ 'ਚੋਂ ਸਾਰੀ ਨੈਗੇਟਿਵਿਟੀ ਜੀ, ਸਾਰਾ ਕ੍ਰਾਈਮ ਵੀ ਖਤਮ ਹੋ ਜਾਏ ਜੀ, ਠੀਕ ਹੈ ਜੀ, ਸਾਰੀ ਵਾਇਲੈਂਸ ਖਤਮ ਹੋ ਜਾਏ, ਸਾਰੀ ਕ੍ਰਾਈਮ ਖਤਮ ਹੋ ਜਾਏ, ਕੋਈ ਕਾਨੂੰਨ ਵੀ ਨਾ ਬਣਾਉਣੇ ਪੈਣ, ਅਗਰ ਇਨਸਾਨ ਆਪਣੇ ਆਪ ਹੀ ਅੱਛਾ ਬਣ ਜਾਏ ਜੀ। ਨੇਚਰ ਨੇ ਤੇ ਅੱਛਾ ਹੀ ਬਣਾਇਆ। ਇਹ ਅਰਬਨਾਈਜੇਸ਼ਨ ਜਿਹੜੀ ਹੈ ਨਾ, ਸ਼ਹਿਰੀਕਰਨ ਮੈਨ ਮੇਡ ਚੀਜ਼ਾਂ ਨਹੀਂ ਖਰਾਬ ਕਰ ਦਿੱਤਾ। ਜੇ ਮੈਨ ਨੇਚਰ ਦੇ ਨਾਲ ਮਿਲ ਕੇ ਚੱਲੇ ਤੇ ਸਾਰਾ ਕੁਝ ਆਪੇ ਠੀਕ ਹੋਏਗਾ।
ਗੱਲ ਉੱਥੇ ਹੀ ਆਉਂਦੀ ਹੈ ਜੀ, ਨੇਚਰ ਨਾਲ ਕਨੈਕਸ਼ਨ। ਨੇਚਰ ਨਾਲ ਕਨੈਕਸ਼ਨ ਤੇ ਇੱਦਾਂ ਹੋਣਾ ਚਾਹੀਦਾ, ਅਨਲਿਮਿਟਿਡ ਆ ਨੇਚਰ, ਅਨਲਿਮਿਟਿਡ ਹੈ ਜੀ। ਮੈਨ ਉਹਨੂੰ ਜਦੋਂ ਲਿਮਿਟ ਵਿੱਚ ਕਰ ਦਿੰਦਾ ਟੋਟਲੀ, ਤੇ ਸਾਰਾ ਕੁਝ ਲਿਮਿਟ ਵਿੱਚ ਹੋ ਜਾਂਦਾ ਜੀ। ਇਨਸਾਨ ਦੀ ਸੋਚ ਵੀ ਜਦ ਤਾਈਂ ਉਹਦਾ ਵਿਊ ਫਲਾਈ ਨਹੀਂ ਕਰੇਗਾ, ਸਾਹਮਣੇ ਹਰਿਆਲੀ ਨਜ਼ਰ ਆ ਰਹੀ ਹੈ, ਸਮਾਨ ਨਜ਼ਰ ਆ ਰਿਹਾ, ਘਰ ਦੇ ਵਿੱਚੋਂ ਪੰਛੀ ਉੱਡਦੇ ਹੋਏ ਨਜ਼ਰ ਆ ਰਹੇ ਜੀ। ਥੋੜਾ ਮੈਂ ਆਪਣੀ ਪੋਇਟਰੀ ਦਾ ਜ਼ਿਕਰ ਵੀ ਨਾਲ ਨਾਲ ਜ਼ਰੂਰ ਕਰੋ, ਉਸ ਤੋਂ ਬਿਨਾਂ ਮੇਰੀ ਗੱਲ ਕੰਪਲੀਟ ਨਹੀਂ ਹੁੰਦੀ ਜੀ। ਇੱਕ ਮੈਂ ਆਪਣਾ ਸ਼ੇਅਰ ਸੁਣਾਉਣਾ ਜੀ। आज देख कर फलक अबर आलूद ता उफक और गहरा हो गया कुदरत से मेरा इश्क। ਅੱਜ ਅਸਮਾਨ ਬੱਦਲਾਂ ਨਾਲ ਭਰਿਆ ਹੋਇਆ, ਉਫਕ ਤੱਕ, ਹੋਰਾਈਜ਼ਨ ਤੱਕ ਦੇਖ ਕੇ ਔਰ ਗਹਿਰਾ ਹੋ ਗਿਆ ਕੁਦਰਤ ਸੇ ਮੇਰਾ ਇਸ਼ਕ। ਨੇਚਰ ਇੰਨੀ ਅਨਲਿਮਿਟਿਡ ਹੈ, ਜਿੰਨਾ ਤੁਸੀਂ ਇਹਨੂੰ ਦੇਖਦੇ ਜਾਓਗੇ ਤੁਹਾਨੂੰ ਹੈਪੀਨੈਸ ਮਿਲਦੀ ਜਾਏਗੀ ਜੀ, ਹੋਰ ਜ਼ਿਆਦਾ ਤੁਹਾਡੇ ਅੰਦਰ ਲਵ ਪੈਦਾ ਹੁੰਦਾ ਜਾਏਗਾ। ਠੀਕ ਹੈ ਜੀ। ਤੇ ਜੇ ਅਸੀਂ ਉਸ ਤੋਂ ਹੀ ਕੱਟ ਆਫ ਹੋ ਜਾਂਦੇ ਆ, ਫਿਰ ਤੁਸੀਂ ਆਪੇ ਸੋਚੋ ਕੀ ਬਚੇਗਾ। ਮਤਲਬ ਤੁਹਾਡਾ ਬੁਨਿਆਦੀ ਨੁਕਤਾ ਇਹ ਹੁੰਦਾ ਹੈ ਕਿ ਜਦੋਂ ਕੋਈ ਮਕਾਨ ਤਾਮੀਰ ਕਰਨਾ ਹੈ, ਉਹਦੇ ਲਈ ਸਭ ਤੋਂ ਪਹਿਲੀ ਚੀਜ਼ ਆ ਜਿਹੜੀ ਤੁਸੀਂ ਸੂਰਜ ਨੂੰ ਲੈ ਕੇ, ਜਿਹੜੇ ਤੁਸੀਂ ਕਿਰਨਾਂ ਨੂੰ ਲੈ ਕੇ, ਤੁਸੀਂ ਹਰਿਆਲੀ ਨੂੰ ਲੈ ਕੇ, ਜੋ ਸਾਡੇ ਕੋਲ ਕੁਦਰਤ 'ਚ ਪਿਆ, ਜਿਹਨੂੰ ਤੁਸੀਂ ਪਹਾੜਾਂ ਤੇ ਮੰਨਣ ਚਾਹੁੰਦੇ ਹੋ, ਜਿਹਨੂੰ ਤੁਸੀਂ ਸੋਚਦੇ ਹੋ ਕਿ ਚਲ ਖੇਤਾਂ ਨੂੰ ਗੇੜਾ ਮਾਰਾਈਏ, ਉਹ ਤੇ ਤੁਹਾਨੂੰ ਕੁਦਰਤ ਨੇ ਸਭ ਕੁਝ ਇੱਥੇ ਦਿੱਤਾ ਹੋਇਆ। ਹਾਂ, ਉਸ ਤੋਂ ਆਪਣੇ ਆਪ ਨੂੰ ਬੰਦ ਕਰ ਲਓ, ਫਿਰ ਲੱਭਣ ਵਾਸਤੇ ਹੋਰ ਕਿਤੇ ਜਾਓ ਜੀ। ਪਰ ਹੁਣ ਜਦੋਂ ਮੰਨ ਲਓ ਕਿ ਚਾਰ ਚੁਫੇਰੇ ਤੁਹਾਡੇ ਉਹ ਕੰਕਰੀਟ ਦਾ, ਮੈਂ ਬਾਰ-ਬਾਰ ਸ਼ਬਦ ਵਰਤਦਾ ਹੁੰਦਾ, ਜੰਗਲ ਹੈ, ਤੇ ਤੁਹਾਡੇ ਗਲੀ ਦੇ ਸਾਹਮਣੇ ਵੀ 100 ਮਕਾਨ ਹੈ ਤੇ ਸਾਈਡ ਤੇ ਵੀ, ਉਸ ਸਥਿਤੀ 'ਚ ਬੰਦਾ ਕੀ ਕਰੇ? ਇਸ ਤਰ੍ਹਾਂ ਹੈ ਜੀ ਕਿ ਕਦੀ ਸਾਨੂੰ ਇਦਾਂ ਦਾ ਸਾਈਟ ਵੀ ਮਿਲਦਾ ਜਿਹੜਾ ਬਹੁਤ ਛੋਟਾ ਸਾਈਟ ਹੈ, ਜਾਂ ਉਹਦੀ ਸਰਾਊਂਡਿੰਗਸ ਇੰਨੀਆਂ ਅੱਛੀਆਂ ਨਹੀਂ ਕਿ ਉਹ ਦੇਖ ਕੇ ਸਾਨੂੰ ਅੱਛਾ ਲੱਗੇ, ਉਧਰ ਅਸੀਂ ਦੇਖਣਾ ਚਾਹਾਂਗੇ। ਲੇਕਿਨ ਸੋਚੋ, ਅਸਮਾਨ ਤੇ ਸਾਡੇ ਕੋਲ ਹਨ। ਬਿਲਕੁਲ। ਅਗਰ ਅਸੀਂ ਇੱਧਰ ਉੱਧਰ ਨਹੀਂ ਦੇਖ ਸਕਦੇ, ਅਸਮਾਨ ਤੇ ਸਾਡੇ ਕੋਲ ਹੈ, ਬਿਲਕੁਲ ਅਸੀਂ ਉਹਦਾ ਵਿਊ ਦੇ ਸਕਦੇ, ਅਸਮਾਨ ਨਾਲ ਲਿੰਕ ਰੱਖ ਸਕਦੇ ਜੀ। ਉਹ ਹੋਰ ਜ਼ਿਆਦਾ ਅਨਲਿਮਿਟਿਡ, ਉੱਪਰ ਤੁਹਾਨੂੰ ਮੈਨ ਮੇਡ ਚੀਜ਼ਾਂ ਕੁਝ ਨਹੀਂ ਨਜ਼ਰ ਆਉਣਗੀਆਂ ਜੀ ਜੀ ਜੀ, ਇੱਧਰ ਉੱਧਰ ਨਜ਼ਰ ਆਉਣਗੀਆਂ। ਠੀਕ ਹੈ ਨਾ ਜੀ। ਅੱਛਾ, ਇਹ ਜਿਹੜਾ ਜੀਵਨ ਦਾ ਬੁਨਿਆਦੀ ਤੱਤ ਹੈ, ਜਦੋਂ ਅਸੀਂ ਅਕਸਰ ਗੱਲ ਕਰਦੇ ਹਾਂ, ਇਹਦੇ ਵਿੱਚ ਜਿਹੜੀ ਸਾਡੀ ਇਮਾਰਤ ਸਾਜੀ, ਇਹਦਾ ਕੋਈ ਲੈਣ ਦੇਣ ਹੈਗਾ? ਇਹ ਦੇਖੋ ਜੀ, ਇਮਾਰਤ ਸਾਜੀ ਇਸ ਤਰ੍ਹਾਂ ਹੈਗੀ ਹੈ ਕਿ ਕਿਉਂਕਿ ਹੁਣ ਜਦੋਂ ਮੈਂ ਤੁਹਾਡੀ ਗੱਲ ਇਸ ਕਰਕੇ ਰੋਕ ਲਈ, ਉਦਾਹਰਨ ਵਜੋਂ ਮੈਂ ਇਹ ਦੇਖਦਾ ਹਾਂ ਕਿ ਮੁਗਲ ਬਾਦਸ਼ਾਹਾਂ ਦੀਆਂ ਜਿਹੜੀਆਂ ਅਜੇ ਵੀ ਬਿਲਡਿੰਗਸ ਨੇ, ਉਹਨਾਂ ਨੂੰ ਦੇਖਣ ਲੋਕ ਜਾਂਦੇ ਆ। ਔਰ ਮੈਂ ਕਈ ਐਸੇ ਜਿਹੜੇ, ਜਿਵੇਂ ਹੁਣ ਅਸੀਂ ਮਿਸਰ ਦੀ ਗੱਲ ਕਰਦੇ ਹਾਂ, ਜਾਂ ਅਸੀਂ ਇਜਿਪਟ ਦੀ ਗੱਲ, ਜਿਹੜਾ ਗ੍ਰੀਕ ਹੈਗੀ ਹੈ ਜੀ ਸੱਭਿਅਤਾ, ਸੋ ਇਸ ਨਜ਼ਰੀਏ ਤੋਂ ਅਸੀਂ ਪੰਜਾਬੀ ਕਿੱਥੇ ਕੁ ਖੜੇ ਆ? ਸਾਡਾ ਕੋਈ ਇਸ ਤਰ੍ਹਾਂ ਦਾ ਆਪਣਾ ਵਿਰਾਸਤ ਜਾਂ ਇਤਿਹਾਸ ਹੈਗਾ? ਜਾਂ ਜੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਵਿਰਾਸਤ ਕੋਈ ਬਿਲਡਿੰਗਸ ਦੇ ਨਜ਼ਰੀਏ ਤੋਂ ਆ, ਉਹ ਕਦੇ ਸਟੱਡੀ ਕੀਤੀ ਜੀ? ਅਸੀਂ ਆਪਣੇ ਆਪ ਨੂੰ ਕਿੱਥੇ ਕੁ ਖੜੇ ਮਹਿਸੂਸ? ਇਸ ਤਰ੍ਹਾਂ ਹੈਗਾ ਜੀ, ਇਹਦੇ 'ਚ ਅਸੀਂ ਪੰਜਾਬੀ ਜਾਂ ਨੌਨ ਪੰਜਾਬੀ ਜਾਂ ਇਹਨਾਂ ਦੀ ਕੋਈ ਗੱਲ ਨਹੀਂ ਹੈਗੀ। ਅਗਰ ਅਦਰਵਾਈਜ਼ ਦੇਖੀਏ ਕਿ ਬਹੁਤ ਅੱਛਾ ਆਰਕੀਟੈਕਚਰ ਕਿਹਨਾਂ ਨੇ ਬਣਾਇਆ, ਉਹ ਬਣਾਇਆ ਮੁਗਲਸ ਨੇ। ਹਾਂ, ਠੀਕ ਹੈ ਜੀ। ਉਹਨਾਂ ਦਾ ਆਰਕੀਟੈਕਚਰ ਦੇ ਨਾਲ ਉਹਦੇ 'ਚ ਪੂਰੀ ਜਿਓਮੈਟਰੀ, ਪੂਰੀ ਸਿਮੈਟਰੀ, ਪੂਰਾ ਬੈਲੈਂਸ, ਐਂਡ ਇੱਕ ਚੀਜ਼ ਹੋਰ ਨੋਟਿਸ ਕਰਨੀ, ਉਹਨਾਂ ਦੇ ਨਾਲ ਗਾਰਡਨਸ, ਉਹ ਬੜੀ ਜ਼ਰੂਰੀ ਹਰ ਜਗ੍ਹਾ। ਤਾਜ ਮਹਿਲ ਦੇਖੋ, ਉਹਦੇ ਨਾਲ ਗਾਰਡਨਸ। ਹਮਾਯੂਜ਼ ਮਕਬਰਾ ਦੇਖੋ, ਉਹਦੇ ਨਾਲ ਗਾਰਡਨਸ। ਕੋਈ ਵੀ ਮੁਗਲਸ ਦੀ ਬਿਲਡਿੰਗ ਦੇਖੋ, ਉਹਦੇ ਨਾਲ ਗਾਰਡਨਸ ਜ਼ਰੂਰ ਹੈ। ਔਰ ਬੂਟੇ ਵੀ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਵੱਖਰੀ ਤਰ੍ਹਾਂ ਦੇ ਬੂਟੇ ਅਲੱਗ-ਅਲੱਗ ਬਿਲਡਿੰਗ ਲਈ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ। ਜਿਸ ਤਰ੍ਹਾਂ ਅਗਰ ਕੋਈ ਮਕਬਰੇ ਹੈਗੇ ਸਪੋਜ਼, ਉੱਥੇ ਉਹ ਚਾਹੁੰਦੇ ਹੁੰਦੇ ਵੀ ਕੋਈ ਸਟਿਲ ਹੋਣ ਪਲਾਂਟਸ, ਉਹਨਾਂ ਚੋਂ ਸਾਈਪਰਸ ਦੇ ਬੂਟੇ ਮੋਸਟਲੀ ਉਹਨਾਂ ਨੇ ਲਗਾਏ, ਸਰੂ ਦੇ ਉਹ ਲਗਾਏ ਹੈ, ਕਿਉਂਕਿ ਉੱਦਾਂ ਹੀ ਰਹਿੰਦੇ ਆ, ਐਵਰਗ੍ਰੀਨ ਹੈ। ਤਾਜ ਦੇ ਵਿੱਚ, ਜਿਵੇਂ ਤਾਜ ਮਹਿਲ, ਜਿਸ ਤਰ੍ਹਾਂ ਤਾਜ ਮਹਿਲ ਵਿੱਚ ਹੈ, ਉਹ ਇਸੇ ਲਈ ਤਾਂ ਕਿ ਉਹ ਇੱਕ ਸੈਟ ਫੋਕਸ ਜੀ ਜੀ, ਠੀਕ ਹੈ ਜੀ। ਇਸ ਤਰ੍ਹਾਂ ਬਾਕੀ ਉਹਨਾਂ ਦੀ ਸਿਮੈਟਰੀ, ਕਲਰ, ਬੈਲੈਂਸ, ਸਟਰਕਚਰ ਸਿਸਟਮ ਬੜੇ ਉਹਨਾਂ ਨੇ ਡਿਵੈਲਪ ਕੀਤੇ, ਆਰਚਿਸ, ਡੋਮਸ, ਉਦੋਂ ਵੱਡੀਆਂ ਚੀਜ਼ਾਂ ਬਣਾ ਸਕੇ। ਠੀਕ ਹੈ ਜੀ। ਇਹ ਹਿਸਟੋਰੀਕਲ ਆਰਕੀਟੈਕਚਰ 'ਚੋਂ ਮੈਂ ਤੇ ਇਹਨਾਂ ਨੂੰ ਮੁਗਲ ਆਰਕੀਟੈਕਚਰ ਨੂੰ, ਤੇ ਜਦੋਂ ਅਸੀਂ ਸਿੱਖ ਆਰਕੀਟੈਕਟ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਇਹ ਦੇਖਦੇ ਹਾਂ ਗੁਰੂਆਂ ਦੁਆਰਾ, ਜਾਂ ਫਿਰ ਹੁਣ ਅਸੀਂ ਜੇ ਇਹਦੇ 'ਚ ਦੇਖਾਂਗੇ ਤੇ ਵੱਧ ਤੋਂ ਵੱਧ ਗੁਰਦੁਆਰੇ ਹੀ ਆਉਂਦੇ ਸਾਡੇ ਕੋਲ, ਇਹ ਜਿਹੜੀ ਮੌਜੂਦਾ ਸਥਿਤੀ ਹੈ, ਤੁਹਾਨੂੰ ਲੱਗਦਾ ਕਿ ਜਿਹੜਾ ਸਾਡਾ ਕਲਚਰ ਜਾਂ ਸਾਡੀ ਗੁਰਬਾਣੀ ਵਾਲੀ ਵਿਰਾਸਤ ਹੈ, ਇਹਨੂੰ ਪੂਰੀ ਤਰ੍ਹਾਂ ਰੂਪਮਾਨ ਕਰਦਾ ਸਾਡਾ ਜਿਹੜਾ ਇਹ ਇਮਾਰਤ ਸਾਜੀ? ਇਸ ਤਰ੍ਹਾਂ ਹੈ ਜੀ ਕਿ ਜਿਸ ਤਰ੍ਹਾਂ ਪੰਜਾਬੀ ਬੋਲੀ ਹੈ ਜੀ,
ਇਹਦੇ 'ਚ ਤੇ ਹੋਰ ਬੜੀਆਂ ਬੋਲੀਆਂ ਦਾ ਅਸਰ ਹੈ। ਪਹਿਲਾਂ ਇਹਦੇ ਤੇ ਫਾਰਸੀ ਦਾ ਅਸਰ ਆਇਆ ਬਹੁਤ, ਉਸ ਤੋਂ ਬਾਅਦ ਇੰਗਲਿਸ਼ ਦਾ ਅਸਰ ਆਇਆ। ਜੀ। ਠੀਕ ਹੈ ਜੀ, ਇਹ ਸਾਰੇ ਲਫ਼ਜ਼ ਇਹਦੇ 'ਚ ਅਬਜ਼ੌਰਬ ਹੁੰਦੇ ਗਏ। ਇੱਦਾਂ ਹੀ ਗੁਰਬਾਣੀ ਵਿੱਚ ਹੈ, ਜਿਹੜੇ ਉਸ ਟਾਈਮ ਦੇ ਰਿਲੀਜਨ ਸੀ, ਸੋਸ਼ਲ ਹਾਲ ਚਾਲ ਸੀ, ਜੀ, ਉਹ ਸਭ ਚੀਜ਼ਾਂ ਇਹਦੇ ਵਿੱਚ ਆ ਗਈਆਂ। ਇਹੀ ਪੰਜਾਬ ਦੇ ਜਾਂ ਕਹ ਲਓ ਸਿੱਖ ਆਰਕੀਟੈਕਚਰ ਦੇ ਵਿੱਚ ਅਲੱਗ-ਅਲੱਗ ਐਲੀਮੈਂਟਸ। ਜੀ, ਅਸੀਂ ਗੁਰਦੁਆਰਿਆਂ ਦੀ ਗੱਲ ਨਾ ਕਰੀਏ, ਅਗਰ ਅਸੀਂ ਖਾਲਸਾ ਕਾਲਜ ਦੀ ਗੱਲ ਕਰੀਏ, ਹਾਂ, ਖਾਲਸਾ ਕਾਲਜ ਦਾ ਬੜਾ ਖਾਲਸਾ ਕਾਲਜ ਅੰਮ੍ਰਿਤਸਰ ਦਾ ਇੱਕ ਮਾਸਟਰਪੀਸ ਆਫ ਆਰਕੀਟੈਕਚਰ ਹੈ। ਪੰਜਾਬ ਦੇ ਵਿੱਚ ਦੇਖਣ ਵਾਲੀਆਂ ਜਗ੍ਹਾ ਚੋਂ ਇਹ ਸਭ ਤੋਂ ਬਿਹਤਰੀਨ ਹੈ। ਇਹਦਾ ਆਰਕੀਟੈਕਚਰ ਹੈਗਾ ਜੀ ਐਂਗਲੋ ਪਰਸ਼ੀਅਨ ਆਰਕੀਟੈਕਚਰ। ਜੀ, ਕੁਛ ਇਹ 'ਚ ਯੂਰਪੀਅਨ ਟੱਚ ਹੈ, ਕੁਛ ਇਹਦੇ 'ਚ ਇਸਲਾਮਿਕ ਟੱਚ ਹੈ। ਜੀ, ਠੀਕ ਹੈ ਜੀ, ਇਹ ਉਹਦਾ ਬਲੈਂਡ ਹੈ। ਇਸ ਤਰ੍ਹਾਂ ਹੀ ਪੰਜਾਬ ਦਾ ਆਰਕੀਟੈਕਚਰ ਬੇਸਿਕਲੀ ਇਹੋ ਹੀ ਹੈ, ਕਿਉਂਕਿ ਜੀ। ਪੰਜਾਬ 'ਚ ਕਦੀ ਵੀ ਲੰਬਾ ਟਾਈਮ ਸਟੇਬਿਲਿਟੀ ਨਹੀਂ ਆਈ। ਇਹ ਕੁਦਰਤੀ ਹੈ, ਕਦੇ ਕੋਈ ਲੜਾਈ ਆ ਗਈ, ਹਾਂਜੀ, ਉਹ ਕਿਧਰੇ ਚੱਲਦੀ ਰਹੀ। ਇਸ ਲਈ ਇੱਥੇ ਆਰਕੀਟੈਕਚਰ ਦਾ ਕੋਈ, ਜਿਸ ਤਰ੍ਹਾਂ ਸਾਊਥ ਇੰਡੀਆ 'ਚ ਡਿਵੈਲਪ ਹੋਇਆ ਸਟਾਈਲ, ਇੱਥੇ ਡਿਵੈਲਪ ਨਹੀਂ ਹੋ ਸਕੋਪ ਹੀ ਸਕਿਆ। ਨਹੀਂ ਬਣ ਸਕਿਆ, ਕਿਉਂਕਿ ਸਾਊਥ ਇੰਡੀਆ ਦੇ ਇਸ ਤਰ੍ਹਾਂ ਹੀ ਡਾਂਸਿਸ ਵੀ ਡਿਵੈਲਪ ਹੋਏ, ਕਲਾਸੀਕਲ ਡਾਂਸਿਸ, ਕਲਾਸੀਕਲ 뮤직 ਵੀ ਡਿਵੈਲਪ ਹੋਇਆ, ਜਿਹੜਾ ਕਿ ਇੱਧਰ ਨਹੀਂ ਹੋਇਆ। ਜੀ, ਇੱਧਰ ਸਿਰਫ ਸ਼ਾਰਟਕਟ ਡਾਂਸ ਜਿਹਨੂੰ ਆਪਾਂ ਭੰਗੜਾ ਕਹਿੰਦੇ ਆ, ਜੀ, ਇੱਧਰ ਉਹ ਡਿਵੈਲਪ ਹੋਏ। ਜੀ, ਜੀ, ਜੀ। ਲੇਕਿਨ ਜੇ ਪੰਜਾਬ ਦੀ ਇਸ ਕਲਾ ਦੇ ਨਜ਼ਰੀਏ ਤੋਂ ਕੋਈ ਦੇਖਣਯੋਗ ਥਾਵਾਂ ਤੁਹਾਡੇ ਨਜ਼ਰੀਏ, ਕਿਉਂਕਿ ਤੁਸੀਂ ਘੁੰਮਦੇ ਫਿਰਦੇ ਵੀ ਰਹਿੰਦੇ ਹੋ, ਤਾਂ ਕਿ ਜੇ ਪੰਜਾਬ ਨੂੰ ਪਰਿਭਾਸ਼ਿਤ ਕਰਨ ਲਈ ਜਾਂ ਪੰਜਾਬੀਆਂ ਨੂੰ ਪਰਿਭਾਸ਼ਿਤ ਕਰਨ ਲਈ ਕੋਈ ਸਾਈਟਸ ਹੋਣ, ਤੇ ਉਹ ਕਿਹੜੀਆਂ ਹੈਗੀਆਂ? ਕਦੇ ਕੋਈ ਇਸ ਨਜ਼ਰੀਏ ਤੋਂ ਸਟੱਡੀ ਕੀਤੀ? ਪੰਜਾਬ ਦਾ ਜਿਹੜੀਆਂ ਹਿਸਟੋਰੀਕਲ ਬਿਲਡਿੰਗਸ ਦੇਖੀਆਂ ਜਾਂਦੀਆਂ, ਉਹ ਆਰਕੀਟੈਕਚਰ ਨਾਲੋਂ ਜ਼ਿਆਦਾ ਧਾਰਮਿਕ ਜਾਂ ਹਿਸਟੋਰੀਕਲ ਇਤਿਹਾਸਿਕ ਨਜ਼ਰੀਆ ਜ਼ਿਆਦਾ ਹੁੰਦਾ ਉਹਦੇ ਵਿੱਚ। ਹਾਂਜੀ ਜੀ, ਉਹਦਾ ਆਰਕੀਟੈਕਚਰਲ ਵੈਲਿਡਿਟੀ ਉਨੀ ਜ਼ਿਆਦਾ ਨਹੀਂ ਹੈ। ਤੇ ਫਿਰ ਇਹ ਸਾਡਾ ਅਗਲਾ ਦੌਰ ਕਿਹੋ ਜਿਹਾ ਰਹਿਣ ਵਾਲਾ? ਚਲੋ ਅਸੀਂ ਅਗਲਾ ਪਿਛਲਾ ਦੌਰ ਮੰਨ ਵੀ ਸਾਡਾ ਲਈਏ ਕਿ ਉਹ ਸਟੇਬਿਲਿਟੀ ਨਹੀਂ ਸੀ। ਆਰਕੀਟੈਕਚਰ ਅਲੱਗ ਨਹੀਂ ਹੈ ਜੀ, ਇਹ ਸਾਡਾ ਜਿੱਦਾਂ ਦੀ ਸਾਡੀ ਡਰੈਸਿਸ ਹੈ, ਜਿੱਦਾਂ ਦੇ ਸਾਡਾ ਫੂਡ ਹੈ, ਜਿੱਦਾਂ ਦੀ ਸਾਡੀਆਂ ਕਾਰਸ ਹੈ, ਇਹ ਉਦਾਂ ਦੀ ਹੀ ਹੋਣਗੀਆਂ। ਅੱਛਾ, ਕਿਉਂਕਿ ਆਲ ਮਿਕਸ ਅਪ, ਆਲ ਗੋਇੰਗ ਟੁਵਰਡਸ ਵੈਸਟ। ਜਿਹੜੇ ਨਵੇਂ ਸ਼ਹਿਰ ਬਣ ਰਹੇ ਆ, ਤੁਹਾਡਾ ਮਤਲਬ ਇਹ ਇਦਾਂ ਹੀ ਫਿਰ ਬੇਤਰਤੀਬੇ ਰਹਿਣਗੇ? ਨਵੇਂ ਸ਼ਹਿਰ ਪਹਿਲੀ ਗੱਲ ਬਹੁਤ ਜ਼ਿਆਦਾ ਨਹੀਂ ਬਣੇ ਜੀ, ਪਰ ਜਿਹੜੇ ਸਿਆਣੇ ਟਾਊਨ ਪਲੈਨਰਸ ਹੈ, ਜਿਸ ਤਰ੍ਹਾਂ ਚਾਰਲਸ ਕੋਰੀਆ, ਉਹ ਕਹਿੰਦਾ ਸੀ ਕਿ ਨਵੇਂ ਸ਼ਹਿਰ ਤੁਸੀਂ ਕਿਉਂ ਬਣਾਉਂਦੇ ਹੋ, ਉਹਨਾਂ 'ਚ ਤੁਹਾਨੂੰ ਇਦਾਂ ਦੀਆਂ ਪ੍ਰੋਬਲਮ ਸਾਹਮਣੇ ਆਉਣਗੀਆਂ ਜਿਹੜੀਆਂ ਤੁਸੀਂ ਇਮੇਜਿਨ ਵੀ ਨਹੀਂ ਕੀਤੀਆਂ। ਫਿਰ ਲੋਕ ਕੀ ਕਰਨ? ਤੁਹਾਡੇ ਪੁਰਾਣੇ ਸ਼ਹਿਰ ਆਲਰੇਡੀ ਫੈਲ ਰਹੇ ਆ ਜੀ, ਉਹ ਗਰੋ ਕਰ ਰਹੇ ਆ, ਉਸ ਗਰੋਥ ਨੂੰ ਡਿਵੈਲਪਮੈਂਟ ਦੇ ਵਿੱਚ ਬਦਲ ਦਿਓ। ਓਕੇ, ਤਾਂ ਕਿ ਜਿਹੜੇ ਅੱਗੇ ਜਿੱਧਰ ਨੂੰ ਐਕਸਪੈਂਡ ਹੋ ਰਹੇ ਆ ਉਹ 'ਚ ਸੋਚ ਸਮਝ ਲਓ, ਜਿਹੜੀਆਂ ਪ੍ਰੋਬਲਮ ਪਿੱਛੇ ਨਜ਼ਰ ਆਈਆਂ ਉਹਦੇ ਵਿੱਚ ਨਾ ਹੋਣ। ਜੀ, ਲੇਕਿਨ ਫਿਰ ਜੇ ਅਸੀਂ ਇਸ ਨਜ਼ਰੀਏ ਤੋਂ ਦੇਖੀਏ, ਜਿਵੇਂ ਪੰਜਾਬੀਆਂ ਨੇ ਬਹੁਤ ਕੁਝ ਨਹੀਂ ਸਾਂਭਿਆ, ਪੰਜਾਬੀਆਂ ਨੇ ਬਹੁਤ ਕੁਝ ਪੈਦਾ ਵੀ ਨਹੀਂ ਕੀਤਾ, ਅਸੀਂ ਦੁਨੀਆ ਦੇ ਵਿੱਚ ਜਿੱਥੇ ਸਾਨੂੰ ਉਹ ਪੰਜਾਬੀ 'ਚ ਕਹਿੰਦੇ ਹੁੰਦੇ ਹਰਿਆ ਘਾਹ ਮਿਲਿਆ ਚਰਨ ਦੌੜ ਗਏ, ਅਸੀਂ ਆਪਣੀ ਸੱਭਿਅਤਾ ਨੂੰ ਉਸ ਤਰੀਕੇ ਨਾਲ ਵਿਕਾਸ ਦੇ ਦੌਰ ਦੇ ਵਿੱਚ ਲੈ ਕੇ ਨਹੀਂ ਗਏ। ਸਾਨੂੰ ਨਵੀਆਂ ਚੀਜ਼ਾਂ ਗ੍ਰੈਬ ਕਰਨੀਆਂ ਚੰਗੀਆਂ ਲੱਗਦੀਆਂ। ਵੈਸੇ ਤੇ ਕਿਤੋਂ ਦੀ ਸੱਭਿਅਤਾ ਵੀ 100% ਉੱਥੋਂ ਦੀ ਸੱਭਿਅਤਾ ਨਹੀਂ ਹੁੰਦੀ, ਉੱਤੇ ਉਸ ਟਾਈਮ ਦਾ ਅਸਰ ਹੁੰਦਾ, ਮਿਲਗੋਬਾ ਹੁੰਦਾ। ਹਾਂਜੀ, ਤੇ ਪੰਜਾਬ ਦੇ ਉੱਪਰ ਤੇ ਬਹੁਤ ਹੀ ਜ਼ਿਆਦਾ ਅਸਰਾਤ ਹੋਏ ਨੇ ਇਹਨਾਂ ਚੀਜ਼ਾਂ ਦੇ, ਟਾਈਮ ਟੂ ਟਾਈਮ ਹਾਲੇ ਵੀ ਹੁੰਦਾ ਜਾ ਰਿਹਾ ਹੈ। ਜੀ, ਜਿਸ ਤਰ੍ਹਾਂ ਪੰਜਾਬੀ ਸਾਰੀ ਦੁਨੀਆ 'ਚ ਫੈਲੇ ਹੈ। ਬਿਲਕੁਲ, ਠੀਕ ਹੈ ਜੀ, ਤੇ ਉਹ ਸਭ ਦੇ ਅਸਰ ਆਉਣਗੇ ਉਹਨਾਂ ਦੀ ਸੋਚ ਵਿੱਚ, ਉਹਨਾਂ ਦੀ ਡਰੈਸਿਸ ਵਿੱਚ, ਉਹਨਾਂ ਦੇ ਆਰਕੀਟੈਕਚਰ ਵਿੱਚ। ਜਿਵੇਂ ਦੁਆਬੇ 'ਚ ਸ਼ੁਰੂਆਤ ਦੇ ਵਿੱਚ ਜਿਹੜੇ ਲੋਕ ਬਾਹਰੋਂ ਆਉਂਦੇ ਸੀ, ਉਹ ਕੋਠੀਆਂ ਉਦਾਂ ਦੀਆਂ ਬਣਾਉਂਦੇ ਸੀ, ਫਿਰ ਉੱਤੇ ਜਹਾਜ਼ ਵੀ ਫਿੱਟ ਹੋ ਗਏ, ਉਹ ਕੋਠੀਆਂ ਜਿਹੜੀਆਂ ਉਹਨਾਂ ਦੇ ਫਿਰ ਇਸ ਤਰ੍ਹਾਂ ਹੀ ਹੈ ਨਾ ਜੀ, ਥੋੜੀ ਇਹ ਇੱਕ ਪੰਜਾਬੀ ਫਿਤਰਤ ਹੈ ਜੀ, ਲਾਈਫ ਨੂੰ ਇੰਜੋਏ ਕਰਨ ਦੀ, ਚੀਜ਼ਾਂ ਨੂੰ ਜ਼ਿਆਦਾ ਸੀਰੀਅਸਲੀ ਨਹੀਂ ਲੈਣ ਦੀ, ਜਿੱਦਾਂ ਹੈਗਾ ਠੀਕ ਹੈ ਜੀ। ਲੇਕਿਨ ਫਿਰ ਇਹਦਾ ਮਤਲਬ ਹੈ ਕਿ ਜਿਹੜੀ ਸਾਡੀ ਵਿਰਾਸਤ ਹੈ, ਭਾਵੇਂ ਉਹ ਗੁਰਬਾਣੀ ਦੇ ਰੂਪ 'ਚ ਹੈ ਜਾਂ ਉਹ ਕਿਸੇ ਵੀ ਸੂਫੀਇਜ਼ਮ ਦਾ ਅਸੀਂ ਵੀ ਜ਼ਿਕਰ ਕਰ ਲੈਂਦੇ ਹਾਂ, ਇਹਦਾ ਮਤਲਬ ਇਹਦਾ ਅਸਰ ਅਸੀਂ ਲੈਂਦੇ ਨਹੀਂ, ਮੰਨਦੇ ਜ਼ਰੂਰ ਆ। ਇਹਦਾ ਮਤਲਬ ਅਸੀਂ ਉਹ ਜਿਹੜੀ ਜੀਵਨ ਜਾਚ ਹੈ ਉਹਨੂੰ ਆਪਣੇ ਉੱਤੇ ਓਨਾ ਸੀਰੀਅਸਲੀ ਅਮਲ 'ਚ ਨਹੀਂ ਲਿਆਉਂਦੇ। ਇਹ ਗੱਲ ਉੱਥੇ ਆਉਂਦੀ ਹੈ ਨਾ ਜੀ, ਅਗਰ ਅਸੀਂ ਜਾਂ ਤਾਂ ਸਾਰੀ ਇਨਸਾਨੀਅਤ ਦੀ ਗੱਲ ਕਰੀਏ ਫਿਰ ਤੇ ਬਹੁਤ ਹੋਰ ਹੋ ਜਾਂਦਾ ਹੀ ਗੱਲ। ਅਗਰ ਪੰਜਾਬੀਆਂ ਦੀ ਗੱਲ ਕਰੀਏ, ਇਹਨਾਂ ਦਾ ਉਹੀ ਹੈ ਲਾਈਫ ਨੂੰ ਇੰਜੋਏ ਕਰਨ ਦਾ ਉਹ ਤਰੀਕਾ। ਇਹ ਅਸੀਂ ਪੰਜਾਬ ਦੇ ਆਰਕੀਟੈਕਚਰ ਬਾਰੇ ਗੱਲ ਨਾ ਕਰੀਏ, ਪੰਜਾਬ ਦੇ 뮤직 ਬਾਰੇ ਕਰ ਲਓ। ਬਿਲਕੁਲ, ਹਾਂ, ਹੈ ਨਾ ਜੀ, ਉਹਦੇ 'ਚ ਵੈਰਾਈਟੀ ਮਿਲ ਜੂ ਤੁਹਾਨੂੰ। ਸਭ ਚੀਜ਼ਾਂ ਇਕੱਠੀਆਂ ਹੀ ਚੱਲਦੀਆਂ, ਇੱਕੋ ਸੋਚ ਦਾ ਹੀ ਸਾਰਾ ਹੈ ਨਤੀਜਾ ਹੈਗਾ। ਡੈਫੀਨਿਟਲੀ ਮੇਰੇ ਖਿਆਲ ਪਹਿਰਾਵਾ ਵੀ, ਬ੍ਰਾਂਡਸ ਜਿਹੜੇ ਪੰਜਾਬੀਆਂ ਨੇ ਜਿਹਨੇ ਇੰਟਰੋਡਿਊਸ ਕੀਤੇ ਆ, ਸਾਡੇ ਜਿਹੜੇ ਪੌਪ ਸਿੰਗਰ ਨੇ, ਸਾਡੇ ਜਿਹੜੇ ਧਾਰਮਿਕ ਬਾਬੇ, ਉਹਨਾਂ ਦੇ ਪਹਿਰਾਵੇ ਤੋਂ ਵੀ ਜੀ। ਹੁਣ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਪੰਜਾਬ ਦਾ ਆਰਕੀਟੈਕਚਰ ਕਿੱਦਾਂ ਦਾ ਹੋਣਾ ਚਾਹੀਦਾ, ਮੈਂ ਤੁਹਾਨੂੰ ਪੁੱਛਦਾ ਪੰਜਾਬ ਦਾ 뮤직 ਕੀ ਹੋਣਾ ਚਾਹੀਦਾ। ਹਾਂ, ਇਹ ਵਾਕਈ ਇਹ ਕ੍ਰਾਸ ਕੁਐਸਚਨਿੰਗ ਹੈ। ਤੁਸੀਂ ਜਸਟ ਇਮੇਜਿਨ, ਜੇ ਅਸੀਂ ਕਹੋ ਹਰ ਕੋਈ ਹੀਰ ਗਾਵੇ, ਰਾਂਝਾ ਗਾਵੇ, ਹੀਰ ਗਾਵੇ ਅੱਜ ਕੱਲ੍ਹ ਜੀ, ਪੋਸੀਬਲ ਹੈ?
ਨਹੀਂ ਮੈਨੂੰ ਲੱਗਦਾ ਹੁਣ ਹੀਰ ਨੂੰ ਪੜ੍ਹਨਾ ਵੀ ਔਖਾ ਹੋ ਗਿਆ ਹਾਂਜੀ ਤੇ ਲੇਕਿਨ ਪੁਰਾਣੇ ਬੰਦੇ ਸੀ, ਹੁਣ ਜਸਵੰਤ ਸਿੰਘ ਕੰਵਲ ਸੀਗੇ, ਚਲੋ ਫੌਤ ਹੋ ਗਏ, ਉਹਨਾਂ ਬੜੇ ਨਾਵਲ ਲਿਖੇ, ਉਹ ਜਦੋਂ ਵੀ ਕੋਈ ਲਿਖਤ ਉਹਨਾਂ ਦੀ ਹੀਰ ਦਾ ਜ਼ਿਕਰ ਆਈ ਜਾਂਦਾ ਸੀ, ਕਿਉਂਕਿ ਉਹਨਾਂ ਦੇ ਬਾਲਮਨ ਤੇ ਜਵਾਨੀ 'ਚ ਵੀ ਹੀਰ ਦਾ ਅਸਰ ਸੀ। ਹਾਂ ਉਹ ਦੇਖੋ ਆਰਕੀਟੈਕਚਰ ਸਾਡਾ, ਅੱਛਾ ਹੁਣ ਇੱਕ ਚੀਜ਼ ਹੋਰ ਹੋ ਗਈ ਹੈ, ਹਰ ਚੀਜ਼ ਯੂਨੀਵਰਸਲ ਹੋ ਗਈ। ਇਹ ਹੈ ਜਿਸ ਤਰ੍ਹਾਂ ਹੁਣ ਚਾਈਨੀਜ਼ ਫੂਡ ਹੈ, ਉਹ ਹੁਣ ਇੰਡੀਅਨ ਤੇ ਨਹੀਂ ਹੈਗਾ ਪਰ ਸਾਰੀ ਦੁਨੀਆ 'ਚ ਚੱਲਦਾ। ਚਾਈਨੀਜ਼ ਫੂਡ, ਇਟਾਲੀਅਨ ਹੈ, ਪੀਜ਼ਾ ਵਗੈਰਾ ਹੈਗੇ ਆ, ਇਦਾਂ ਹੀ ਜਿਹੜੇ ਹੁਣ ਕਾਰਾਂ ਦੇ ਬ੍ਰਾਂਡਸ ਹੈ। ਹੁਣ ਬਿਮਾਰੀਆਂ ਵੀ ਯੂਨੀਵਰਸਲ ਹੋ ਗਈਆਂ, ਕਰੋਨਾ ਨੇ ਦੇਖੋ ਸਾਰੀ ਦੁਨੀਆ, ਜਿੱਦਾਂ ਦੀ ਸੋਚ ਹੋਏਗੀ ਉਦਾਂ ਦੀ ਬਿਮਾਰੀਆਂ ਹੋਣਗੀਆਂ ਜੀ। ਅੱਛਾ, ਪਰ ਮੈਨੂੰ ਇੱਕ ਹੋਰ, ਚਲੋ ਹੁਣ ਪਰਸਨਲ ਗੱਲ ਕਰਦੇ ਆ ਵੀ ਇਹ ਤੁਸੀਂ ਕਾਲੇ ਰੰਗ ਨਾਲ ਬੜਾ, ਵੈਸੇ ਤਾਂ ਇਹ ਸਵਾਲ ਮੈਨੂੰ ਵੀ ਲੋਕ ਕਰ ਦੇਣਗੇ ਵੀ ਤੂੰ ਵੀ ਕਾਲਾ ਪਾ ਕੇ ਰੱਖਦਾ, ਪਰ ਤੁਸੀਂ ਆਪਣਾ ਉਮਰ ਸਾਰੀ ਜ਼ਿੰਦਗੀ ਕਾਲੇ ਰੰਗ ਨਾਲ ਮੋਹ ਪਾੜ ਲਿਆ, ਇਹਦੇ ਪਿੱਛੇ ਵੀ ਕੋਈ ਵੈਸੇ ਸਾਇੰਟਿਫਿਕ ਕਾਰਨ ਵੀ ਹੋ ਸਕਦਾ? ਇਹਦੇ ਪਿੱਛੇ ਮੇਰਾ ਤੇ ਆਰਟ ਦਾ ਕਾਰਨ ਹੈ ਜੀ। ਉਹ ਇਹ ਹੈਗਾ ਕਿ ਜਦੋਂ ਤੁਸੀਂ ਮੈਨੂੰ ਪੁੱਛਿਆ ਨਾ ਕਾਲੇ ਰੰਗ ਦੀ ਗੱਲ ਕੀਤੀ ਨਾ ਜੀ, ਤੇ ਮੈਂ ਸਭ ਤੋਂ ਪਹਿਲਾਂ ਕਹਿਣਾ ਹੁੰਦਾ ਕਿ ਬਲੈਕ ਇਜ਼ ਨਾਟ ਅ ਕਲਰ, ਬਲੈਕ ਇਜ਼ ਐਬਸੈਂਸ ਆਫ ਆਲ ਦਾ ਕਲਰਸ। ਅੱਛਾ, ਇਹ ਗੈਰ ਹਾਜ਼ਰੀ ਹੈ ਬਾਕੀ ਸਭ ਰੰਗਾਂ ਦੀ? ਸਾਰੇ ਰੰਗਾਂ ਦੀ ਗੈਰ ਹਾਜ਼ਰੀ ਹੈ, ਠੀਕ ਹੈ ਜੀ। ਜਿਸ ਤਰ੍ਹਾਂ ਵਾਈਟ ਹੈ, ਸਫੇਦ ਹੈ, ਉਹਦੇ 'ਚ ਸਾਰੇ ਰੰਗ ਹੈ ਲਾਈਟ। ਇਹ ਵੀ ਹੈ। ਜੇ ਅਗਰ ਵਾਈਟ ਵਿੱਚ ਸਾਰੇ ਰੰਗ ਹੈ ਤੇ ਉਹਦੇ 'ਚੋਂ ਅਗਰ ਅਸੀਂ ਇੱਕ ਰੰਗ ਕੱਢ ਲਿਆ ਤੇ ਉਹ ਇਨਕੰਪਲੀਟ ਹੈ। ਇਹ ਵੀ ਗੱਲ ਠੀਕ ਹੈ। ਜਾਂ ਤੇ ਅਸੀਂ ਉਹ ਵਾਈਟ ਰਹਿਣ ਦੀਏ, ਉਹਨੂੰ ਅਸੀਂ 100% ਨੂੰ ਅਸੀਂ 10% ਕਿਉਂ ਅਡਾਪਟ ਕਰੀਏ, ਠੀਕ ਹੈ, ਜਾਂ ਅਸੀਂ ਉਹਦੀ ਐਬਸੈਂਸ ਹੀ ਕਰ ਦਈਏ, ਰੰਗਾਂ ਦਾ ਝੰਜਟ ਹੀ ਖਤਮ ਹੋ ਜਾਏ। ਮਤਲਬ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਇਹ ਜਿਹੜਾ ਜੀਵਨ ਦੀ ਮੁਕੰਮਲਤਾ ਹੈ, ਮੈਨੂੰ ਹੁੰਦਾ ਕਿ ਲਾਈਫ ਨੂੰ ਅਗਰ ਸਿੰਪਲਿਸਿਟੀ ਵੱਲ ਲਿਆਉਣਾ ਤੇ ਉਹਦੇ ਚੋਂ ਯੂਜ਼ਲੈਸ ਜਿਹੀਆਂ ਚੀਜ਼ਾਂ ਸਾਨੂੰ ਨਿਕਾਲਣੀਆਂ ਪੈਣਗੀਆਂ। ਦੂਜਾ ਇਹ ਵੀ ਹੈ ਵੀ ਤੁਸੀਂ ਜਿਹੜਾ ਆਪਣੀ ਅਲਮੀਰਾ ਉਹਦੇ ਵਿੱਚ ਜ਼ਿਆਦਾ ਸਮਾਂ ਨਾ ਬਿਤਾਓ ਵੀ ਕੀ ਪਾਉਣਾ, ਕਿਹੜੀ ਮੈਚਿੰਗ ਕਰਨੀ, ਮੈਚਿੰਗ ਨਹੀਂ ਕੋਈ ਗੱਲ ਹੀ ਨਹੀਂ। ਖੈਰ ਮੈਂ ਕਿਉਂਕਿ ਸਮਾਂ ਤਾਂ ਬਹੁਤ ਵਿਸ਼ਾਲ ਹੈ, ਜਿਹਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਆਪਣੇ ਹਿੱਸੇ ਦਾ ਰੰਗ ਭਰ ਲਓ, ਪਰ ਅੱਜ ਅਸੀਂ ਗੱਲਬਾਤ ਜਿਹੜੀ ਕੀਤੀ ਆ ਇਹ ਬਿਨਾਂ ਸਿਰ ਪੈਰ ਦੀ ਹੈ। ਇਹਦਾ ਨਾ ਕੋਈ ਉਦੇਸ਼ ਸੀ, ਨਾ ਅਸੀਂ ਬੈਠੇ ਸੀ ਤੇ ਕਿਸੇ ਗੱਲ ਤੋਂ ਗੱਲ ਤੁਰ ਪਈ, ਲੇਕਿਨ ਅਗਲੀ ਵਾਰੀ ਕੁਝ ਜਿਹੜੀਆਂ ਬਰੀਕੀਆਂ ਤੁਹਾਨੂੰ ਦਰਕਾਰ ਰਹਿੰਦੀਆਂ, ਜਿਹੜੀਆਂ ਤੁਹਾਨੂੰ ਜ਼ਰੂਰਤ ਤੁਸੀਂ ਸਮਝਦੇ ਹੋ, ਉਹਦੇ ਤੇ ਗੱਲ ਕਰਾਂਗੇ। ਜੀਵਨ ਦੇ ਕਿਸੇ ਵੱਖਰੇ ਰੰਗ ਤੇ ਸਰਦਾਰ ਸਾਹਿਬ ਨਾਲ ਗੱਲ ਕਰਾਂਗੇ। ਉਹ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਵੇਂ ਰਾਹ ਤਲਾਸ਼ੇ ਨੇ, ਜਿਨ੍ਹਾਂ ਨੂੰ ਸਮਝ ਆ ਗਈ ਕੁਝ ਇੱਕ ਪਹਿਲੂਆਂ ਦੀ, ਉਹਨਾਂ ਦੇ ਨਾਲ ਸਾਂਝ ਪਾਉਣ ਦਾ ਇਹ ਫਾਇਦਾ ਰਹਿੰਦਾ ਕਿ ਤੁਸੀਂ 100 ਕਿਤਾਬ ਪੜ੍ਹ ਕੇ ਫਿਰ ਇੱਕ ਸਿੱਟੇ ਤੇ ਪਹੁੰਚਣਾ ਚੰਗਾ ਹੈ ਕਿ ਜਿਨ੍ਹਾਂ ਨੇ 200-400 ਕਿਤਾਬਾਂ ਪੜ੍ਹੀਆਂ ਉਹਨਾਂ ਨਾਲ ਘੜੀ ਬਿਤਾ ਲਓ। ਸੋ ਸਰਦਾਰ ਦਲਵੀਰ ਸਿੰਘ ਨਾਲ ਇਸੇ ਤਰ੍ਹਾਂ ਦਾ ਇੱਕ ਰਿਸ਼ਤਾ ਰਹੂਗਾ। ਬਹੁਤ ਮਿਹਰਬਾਨੀ ਸਰਦਾਰ ਸਾਹਿਬ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ।